ਸਤਿ ਸ੍ਰੀ ਅਕਾਲ ਬੇਟਾ ਜੀ। ਲਾਸਟ ਵੀਡੀਓ 'ਚ ਅਸੀਂ ਪੋਟੈਂਸ਼ੀਅਲ એનર્ਜੀ ਦੀ ਇੰਟਰੋਡਕਸ਼ਨ ਲਈ ਸੀ, ਭਾਵ ਲਿਆ ਸੀ। ਅੱਜ ਅਸੀਂ ਇਹਦਾ ਫਾਰਮੂਲਾ ਕਰਨਾ ਹੈ। ਦੇਖੋ, ਜੇ ਅਸੀਂ ਖਲੋਤੇ ਹੋਈਏ ਤੇ ਹੱਥਾਂ 'ਚ ਅਸੀਂ ਫੜਿਆ ਹੋਏ ਬਾਕਸ ਤੇ ਇਹਨੂੰ ਐਟ ਲਾਸਟ ਆਪਣੇ ਸਿਰ ਦੇ ਉੱਤੇ ਇਹਦਾ ਰੇਜ਼ ਕਰ ਦਈਏ ਤਾਂ ਸਾਨੂੰ ਪਤਾ ਹੈ ਉੱਪਰ ਜ਼ਿਆਦਾ ਪੋਟੈਂਸ਼ੀਅਲ એનર્ਜੀ ਹੋਣੀ ਹੈ ਤੇ ਜਦੋਂ ਹੱਥ ਸੀ ਸਾਡੇ ਤਾਂ ਕੁਝ ਲੈਸ ਪੋਟੈਂਸ਼ੀਅਲ એનર્ਜੀ ਸੀ। ਇਹ ਤਾਂ ਸਾਨੂੰ ਅੰਦਾਜ਼ਾ ਹੈ। ਅਸੀਂ ਪੋਟੈਂਸ਼ੀਅਲ એનર્ਜੀ ਵਧਾ ਦਿੱਤੀ। ਆਈ ਹੈਵ ਚੇਂਜਡ ਪੋਟੈਂਸ਼ੀਅਲ એનર્ਜੀ ਆਫ ਦਾ ਬਾਕਸ, ਤੁਸੀਂ ਕਹਿ ਸਕਦੇ ਹੋ। ਨਾਓ ਇਹ ਤੁਸੀਂ ਕਿੱਦਾਂ ਕੀਤਾ? ਜਾਦੂ ਕੀਤਾ? ਨਹੀਂ ਸਰ, ਸਿੰਪਲ ਹੈ। ਮੈਂ ਫੋਰਸ ਲਗਾਈ ਉੱਪਰ ਨੂੰ, ਕੁਝ ਡਿਸਪਲੇਸਮੈਂਟ ਕਰਾ ਦਿੱਤੀ, ਸਰ ਦੇ ਉੱਤੇ ਲੈ ਗਿਆ ਬਾਕਸ, ਤਾਂ ਕਰਕੇ ਮੈਂ ਕੁਝ ਕੰਮ ਕੀਤਾ ਹੈ, ਤਾਂ ਹੀ ਕਰਕੇ ਇਹ ਪੋਟੈਂਸ਼ੀਅਲ એનર્ਜੀ ਚੇਂਜ ਹੋਈ ਹੈ। ਬਾਈ ਦ ਵੇ, ਜਿਹੜੀ ਅਸੀਂ ਫੋਰਸ ਲਾਉਂਦੇ ਪਏ ਹਾਂ ਉਹ ਐਕਸਟਰਨਲ ਬਾਹਰੀ ਫੋਰਸ ਕਹਿਲਾਉਂਦੀ ਹੈ। ਐਕਸਟਰਨਲ ਫੋਰਸ ਜਾਂ ਫੋਰਸ ਬਾਈ ਮੀ ਕਹਿ ਲਓ ਜਾਂ ਐਕਸਟਰਨਲ ਫੋਰਸ ਕਹਿ ਲਓ, ਕਿਉਂਕਿ ਜ਼ਰੂਰੀ ਨਹੀਂ ਤੁਸੀਂ ਫੋਰਸ ਲਾਓ, ਕੋਈ ਹੋਰ ਵੀ ਲਾ ਸਕਦਾ ਹੈ। ਤਾਂ ਕਈ ਵਾਰੀ ਐਕਸਟਰਨਲ ਫੋਰਸ ਦੱਸ ਦਾਂਗੇ। ਐਕਸਟਰਨਲ ਮਤਲਬ ਹੁੰਦਾ ਹੈ ਬਾਹਰੀ, ਕਿਉਂਕਿ ਇਹ ਸਿਸਟਮ ਤੇ ਬਾਹਰ ਦੀ ਹੈ। ਇਹ ਸਿਸਟਮ ਕੀ ਹੈ? ਸਾਡਾ ਅਰਥ ਹੈ ਐਂਡ ਬਾਕਸ ਹੈ, ਤੇ ਬਾਹਰੀ ਫੋਰਸ ਤੁਸੀਂ ਲਾ ਰਹੇ ਹੋ। So the force which you are applying can be called as external force। बाहरी, सिस्टम से बाहर से फोर्स लग रही है, ठीक है। So I did some work, so that is why the potential energy has changed। इस बॉक्स ਦੀ potential energy change ਹੋ ਗਈ ਹੈ। क्वेश्चन ਇੱਥੇ ਆਣਾ ਹੈ, ਤੁਹਾਨੂੰ ਫੋਰਸ ਲਾਣੀ ਹੀ ਕਿਉਂ ਪਈ? ਕਿਉਂਕਿ ਸਰ ਧਰਤੀ ਥੱਲੇ ਨੂੰ ਖਿੱਚਦੀ ਹੈ, ਮੈਨੂੰ ਉਹਦੇ ਨਾਲ ਫਾਈਟ ਕਰਨੀ ਪੈਣੀ ਹੈ। ਜਿਵੇਂ ਕੋਈ ਵੀ ਚੀਜ਼ ਤੁਸੀਂ ਬੈਗ ਵੀ ਥੱਲੇ ਚੁੱਕਦੇ ਹੋ, ਧਰਤੀ ਨਾਲ ਲੜਨਾ ਪੈ ਰਿਹਾ ਹੈ ਨਾ, ਉਹ ਥੱਲੇ ਨੂੰ ਖਿੱਚਦੀ ਪਈ ਹੈ, ਤੁਸੀਂ ਉੱਪਰ ਨੂੰ ਖਿੱਚਦੇ ਪਏ ਹੋ। ਦੈਟ ਇਜ਼ ਵਾਈ ਮੈਨੂੰ ਕੰਮ ਕਰਨਾ ਪੈ ਰਿਹਾ ਹੈ, ਦੈਟ ਇਜ਼ ਵਾਈ ਮੈਨੂੰ ਫੋਰਸ ਲਾਣੀ ਪੈ ਰਹੀ ਹੈ, ਠੀਕ ਹੈ। ਤਾਂ ਰੀਜ਼ਨ ਲੱਭ ਰਹੇ ਹਾਂ ਕਿ ਤੁਹਾਨੂੰ ਫੋਰਸ ਲਾਣੀ ਹੀ ਕਿਉਂ ਪਈ, ਠੀਕ ਹੈ। ਨਾਓ ਸਾਨੂੰ ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਕਿੰਨੀ ਫੋਰਸ ਲਾ ਰਹੇ ਹੋ। ਦੇਖੋ, ਜੇ ਕੋਈ ਵੀ ਬਾਕਸ ਹੋਵੇ, ਉਹਦਾ ਮਾਸ m ਹੋਏ, ਤਾਂ ਧਰਤੀ ਉਹਨੂੰ ਖਿੱਚ ਰਹੀ ਹੈ mg ਨਾਲ। ਇੱਕ ਫੋਰਸ ਹੈ ਵੀ, ਜਿਹੜੀ ਗ੍ਰੈਵਿਟੇਸ਼ਨਲ ਫੋਰਸ ਕਹਿਲਾਏਗੀ। ਹੁਣ ਜੇ ਮੈਂ ਚੀਜ਼ ਉੱਪਰ ਨੂੰ ਚੁੱਕਣੀ ਹੈ, ਐਕਸਟਰਨਲ ਫੋਰਸ f ਲਾਣੀ ਹੈ ਇਹਨੂੰ ਪਿਕ ਕਰਨ ਵਾਸਤੇ ਉੱਪਰ ਨੂੰ, ਤਾਂ ਮੈਂ ਕਿੰਨੀ ਕੁ ਫੋਰਸ ਲਾਵਾਂ? ਦੇਖੋ, mg ਤੇ ਬਰਾਬਰ ਤਾਂ ਲਾਣੀ ਹੀ ਪੈਣੀ, ਉਸ ਤੋਂ ਪਹਿਲੇ ਤੇ ਇਹਨੇ ਉੱਤੇ ਜਾਣਾ ਨਹੀਂ, ਤਾਂ ਇਹ ਚੀਜ਼ ਤਾਂ ਸ਼ੋਰ ਹੈ। ਬਟ ਹੁਣ ਸਿੰਪਲਿਸਿਟੀ ਵਾਸਤੇ ਇੱਕ ਅਸੀਂ ਅਜ਼ੰਪਸ਼ਨ ਲੈਣੀ ਹੈ। ਮੈਂ ਅਜ਼ਿਊਮ ਕਰਾਂਗਾ ਕਿ ਮੈਂ ਬਾਕਸ ਜਿਹੜਾ ਹੈ ਬਹੁਤ ਹੌਲੀ ਹੌਲੀ, ਵੈਰੀ ਸਲੋ ਉੱਪਰ ਲੈ ਕੇ ਜਾ ਰਿਹਾ ਹਾਂ। ਇਹਦਾ ਮਤਲਬ ਇਹਦੇ ਨਾਲ ਕੀ ਹੋਣਾ ਹੈ? ਇਹਦੇ ਨਾਲ ਜਿਹੜੀ ਮੇਰੀ ਫੋਰਸ ਹੈ, ਐਕਸਟਰਨਲ ਫੋਰਸ, ਉਹ ਲਗਭਗ mg ਦੇ ਬਰਾਬਰ ਹੀ ਹੋਏਗੀ ਜਿੰਨੀ ਥੱਲੇ ਨੂੰ ਲੱਗ ਰਹੀ ਹੈ ਨਾ। ਕਿਉਂਕਿ ਜੇ ਮੈਂ ਮੰਨ ਲਓ ਇਹ 10 ਨਿਊਟਨ ਹੈ ਤੇ ਮੈਂ ਵੀ 10 ਨਿਊਟਨ ਲਾ ਦਾਂ, ਤੁਸੀਂ ਮੰਨੋਗੇ ਨਹੀਂ, ਤੁਸੀਂ ਕਹੋਗੇ ਸਰ ਇਹ ਫਿਰ ਤੇ ਉੱਪਰ ਜਾਏਗਾ ਨਹੀਂ। बट वट इफ आई टेल यू कि मैं 10 न्यूटन नहीं, 10 न्यूटन प्लस 0.0000 जिन्नी मर्जी 0.1। नाउ द बॉक्स विल मूव वेरी स्लो, बिकॉज 10 न्यूटन नाल 10 न्यूटन तक कैंसल हो जाएगा। ये जी नैट फोर्स है बड़ी ही घट है, ਤਾਂ करके जी बॉक्स है बहुत स्लो है। बट क्योंकि मैं ये असम्पशन कर चुका हाँ, ये बार बार नहीं लिखांगा। मैं ये कह दाँगा कि सर तुसी इदां करो ना, ये बहुत छोटी वैल्यू है, ਤੁਸੀਂ ਇੱਦਾਂ ਮੰਨੋ, ਇਹਨੂੰ ਪਿਕ ਕਰਨ ਵਾਸਤੇ ਤੁਸੀਂ ਸੇਮ ਹੀ ਫੋਰਸ ਲਾ ਰਹੇ ਹੋ 10 ਨਿਊਟਨ ਦੀ ਜਾਂ mg ਦੇ ਬਰਾਬਰ। ਤੋ ਦਿਸ ਇਜ਼ ਮਾਈ ਅਜ਼ੰਪਸ਼ਨ, ਠੀਕ ਹੈ। ਤਾਂ ਉਹ ਡਾਊਟ ਨਹੀਂ ਆਉਣਾ ਚਾਹੀਦਾ ਕਿ ਇਹ ਉੱਪਰ ਕਿਉਂ ਜਾਏਗਾ ਸਰ, ਤੁਸੀਂ 10 ਨਿਊਟਨ ਦੀ ਫੋਰਸ ਲਾਓਗੇ, 10 ਨਿਊਟਨ ਦੀ ਥੱਲੇ ਲੱਗ ਰਹੀ ਹੈ। ਤਾਂ ਮੈਂ ਕਹਿ ਰਿਹਾ ਅਜ਼ੰਪਸ਼ਨ ਹੈ, ਸਟਾਰਟਿੰਗ 'ਚ ਮੈਂ ਥੋੜੀ ਜਿਹੀ ਫੋਰਸ ਜ਼ਿਆਦਾ ਲਾ ਰਿਹਾ ਹਾਂ। ਕਿੰਨੀ? 0.001। ਸੋ ਯੂ ਵਿਲ ਸੇ ਠੀਕ ਹੈ ਸਰ, ਦੈਨ ਨੋ ਨੀਡ ਆਫ ਦਿਸ। मैं कह सकता हाँ तुसी भी फोर्स 10 न्यूटन की ला रहे हो, तो मैं कह सकता हाँ मेरी जी एक्सटर्नल फोर्स है वो mg के इक्वल ही है। गुड, तो मैंने अपनी फोर्स का पता लग गया मैं कितनी लगा रहा हाँ। एजम्पशन की कि बहुत स्लो पिक कर रहे हैं, ठीक। नाउ द क्वेश्चन इज सर फोर्स निकल गई, डिस्प्लेसमेंट दस सकते हो कितनी की है? तो मैं क्या सामने दिस रहा देखो ए डी, ठीक है। इन्नी मैं डिस्प्लेसमेंट की है, हाथ च फड़िया सी, उपर सरदे करता, जिन्ना मैं डिस्टेंस उपर ਨੂੰ ਚੁੱਕਿਆ ਉਹਨੂੰ ਡਿਸਪਲੇਸਮੈਂਟ ਕਵਾਂਗਾ। ਕੈਨ ਵੀ ਕੈਲਕੂਲੇਟ ਡੀ? ਯੈਸ। ਮੰਨ ਲਓ ਪਹਿਲੇ ਇਨੀਸ਼ੀਅਲੀ ਇਟ ਵਾਜ਼ ਐਟ HI, ਹਾਈਟ ਇਨੀਸ਼ੀਅਲ ਜਾਂ ਇਨੀਸ਼ੀਅਲ ਹਾਈਟ
फाइनली मैं इत्थे तक लै गया हाँ फाइनल हाइट, तो मेरा जो डी निकलेगा डिसप्लेसमेंट में जी करा रहे हाँ वो की हो जाएगा एच एफ माइनस एच आई। फाइनली कितने पहुँचाया तो स्टार्टिंग कितने सी उन्हों का डिफरेंस, इनू असी कह सकते हैं डेल्टा एच आ गया। डेल्टा डेल्टा मीनस चेंज इन हाइट, तो जिन्नी चेंज इन हाइट की उही तो डिसप्लेसमेंट हुई। तो आई कैन से जी डिसप्लेसमेंट होंदी पई है इत्थे डेल्टा एच की होंदी पई है, ठीक है, जिन्नी हाइट तुसी चेंज करा रहे हो। तो डिसप्लेसमेंट भी पता लग गया है, फोर्स भी पता लग गया है, वेरी गुड। हुण फोर्स और डिसप्लेसमेंट पता लग गया है तो क्या असी कैलकुलेट कर सकते हैं वर्क डन? यस, बहुत सिंपल फॉर्मूला है। तो लेट मी कैलकुलेट वर्क डन बाय मी और एक्सटर्नल फोर्स, ओके, एक्सटर्नल फोर्स, ओके। वर्क डन बाय मी एम नाल दस्या होया है, दैट विल बी एफ डॉट डी, then we'll open this dot product f d cos 0 डिग्री, बिकॉज देखो मैं फोर्स लगा रहा हूँ इस बॉक्स को ऊपर की तरफ और डिस्प्लेसमेंट भी ऊपर की तरफ हो रही है। जो इसको टेल से टेल लगाऊंगा सर ये तो एक के ऊपर एक चढ़ जाएगा, 0 डिग्री है। cos 0 1 होता है तो सिंपल मल्टीप्लिकेशन हो जानी है फोर्स एंड डिस्प्लेसमेंट दी। फोर्स में कितनी लगा रहे हैं एम जी दी, डिस्प्लेसमेंट कितनी कर रहे हैं डेल्टा एच। तो आई कैन से वर्क डन बाय मी विल बी इक्वल टू एम जी डेल्टा एच, राइट। ये पता लग गया कि मैं कितना काम कर रहा हूँ, दैट आई नो सर नाउ एम जी डेल्टा एच, ओके। सो दिस इज द वर्क डन बाय मी। सर व्हाट इज द नेट वर्क डन ऑन दिस बॉक्स? क्या सिर्फ तुसी काम कर रहे हो, होर कोई फोर्स तो नहीं लग रही? देख लेते हैं थोड़ा। So we are asking the question, am I the only one doing work? क्या मैं कल्ला हाँ ਜਿਹੜਾ उस बॉक्स से काम कर रहा है? नहीं सर, स्टार्टिंग च ही गल की तुसी तो ग्रैविटी नाल फाइट कर रहे हो, ਇਹਦਾ मतलब ग्रैविटी भी फोर्स ला रही होएगी। yes, there is another force which is acting on this box, which is gravity. Gravity is doing the same work as you are doing, but negative. What do you mean by negative sir? ਕਿੱਦਾਂ ਨਿਕਲੇਗਾ है ना, जिदा ये मेरा वर्क सी ना एम जी डेल्टा एच, मैं सिर्फ नैगेटिव लाता गा, ये वर्क डन बाय ग्रैविटी होएगा। डब्लू दे पैरों च जी पाया होया है। सर हाउ यू आर कैलकुलेटिंग इट? जस्ट सी, ਜਦੋਂ मैं बॉक्स ऊपर चुक्या एम जी तो थले ਨੂੰ लग रहा सी, पर डिस्प्लेसमेंट किधर ਨੂੰ हो रही है सर? वो तो ऊपर ਨੂੰ हो रही है। ओके, इफ यू नो इट देन यू नो द कॉन्सैप्ट। टेल से टेल मिलाओ, ओ सर 180 डिग्री। तो डॉट प्रोडक्ट जो खुलेगा ਇਹਦਾ, ਜਦੋਂ ਤੁਸੀਂ कैलकुलेशन करोगे, इट विल बी फोर्स इंटू डिस्प्लेसमेंट इंटू कॉस ऑफ 180। cos 180 is -1, so you will get negative value of it. सर कितना, जितना मैं काम कर रहा हूँ उदा नेगेटिव, यानी कि फॉर एग्जाम्पल इफ आई एम डूइंग वर्क ऑफ 100 जूल्स, ग्रेविटी इज डूइंग ऑफ वर्क ऑफ -100 जूल्स, बिल्कुल बराबर। ਜਿਹੜਾ ਅਸੀਂ एग्जाम्पल लिया होया है जिथे असी बिल्कुल स्लो लैके जा रहे हैं। ਹੁਣ ਇਹ ਤਾਂ परेशानी जी आ गई सर, अच्छा तुसी जिन्ना काम कर रहे हो धरती भी उन्ना कर दे रही है। सर व्हाट इज़ द नेट फोर्स ऑन द बॉक्स? 0। अरे 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 सर यह की हो गया, यानी कि बॉक्स से कोई कम नहीं होया? यस, बॉक्स से कोई कम नहीं होया, बट एक चीज़ चेंज हो गई है, वो फड़ो ज़रा देखते हैं। पहले देख लेते हैं वर्क डन 0 हो गया किसी बॉक्स से तो की होएगा, है ना। कितना कटिया सर? वर्क डन बाय मी एंड वर्क डन बाय ग्रेविटी। मैं एम जी डेल्टा एच किया, इन्हें करता माइनस एम जी डेल्टा एच। जितना 100 -100 ऐड करांगा कोई वैल्यू पा के तो 0 ही आना है। दैन वर्क डन नेट दा मतलब की है सर? असी पढ़ चुके हैं वर्क एनर्जी थ्योरम। नेट वर्क डन किसी भी बॉक्स से हो गया, उसकी किनेटिक एनर्जी चेंज होनी चाहिए, राइट। सो दिल बी नो चेंज इन किनेटिक एनर्जी। हाँ सर वो गल तो ठीक है। देखो हत्थ च जो फड़िया सी बॉक्स तां भी वो वेलोसिटी 0 सी, तुसी हुण उपर लै गए है ना, सर दे उत्ते लै गए, हुण भी वेलोसिटी 0 है। यस, बॉक्स से तो कोई कम नहीं होया। दैट इज़ वाई यू आर नॉट एबल टू सी एनी चेंज इन द वेलोसिटी। हुण जदों असी कोई किचन च चीज़ उपर रख दईए है ना, नेटवर्क डन इज़ 0। क्यों? जिन्ना तुसी काम करते पे हो धरती भी उन्ना कर रही है, उपर जाके वो स्पीड नाल दौड़न थोड़ा शुरू कर दिंदा गिलास। वो तो उत्थे इत्थे भी रेस्ट सी, उत्थे भी रेस्ट है उपर। उन्हें तो टेंशन आ जानी है सानू, सर इन्नी कहानी लास्ट वर्क डन 0, साडे वर्क दा फायदा की फिर?
ਜਿਹੜਾ ਮੈਂ ਪਸੀਨੇ ਛਡਾ ਕੇ ਬਾਕਸ ਉੱਪਰ ਨੂੰ ਚੁੱਕਿਆ ਹੋਇਆ, ਹਾਲੇ ਤੱਕ ਵੀਡੀਓ ਖਤਮ ਹੋ ਗਿਆ, ਮੈਂ ਉੱਪਰ ਰੱਖਿਆ ਹੋਇਆ ਹੈ, ਜਿਹਦੇ ਕਰਕੇ ਤੁਸੀਂ ਸਮਝ ਲਓ ਮੇਰਾ ਵਰਕ ਗਿਆ ਕਿੱਥੇ। ਕੋਈ ਫਾਇਦਾ ਨਹੀਂ ਵਰਕ ਦਾ, ਨਹੀਂ ਨਹੀਂ, ਇਹ ਸਾਰਾ ਕੰਮ ਵੇਸਟ ਨਹੀਂ ਹੋਇਆ ਤੁਹਾਡਾ, ਠੀਕ ਹੈ। ਯੂ ਹੈਵ ਚੇਂਜਡ ਵਨ ਥਿੰਗ ਐਂਡ ਵੈਰੀ ਇੰਪੋਰਟੈਂਟ ਥਿੰਗ ਵਿਚ ਇਜ਼ ਪੋਜੀਸ਼ਨ। ਤੁਸੀਂ ਸਿਸਟਮ ਦਾ ਅਰੇਂਜਮੈਂਟ ਚੇਂਜ ਕਰ ਚੁੱਕੇ ਹੋ, ਯਾਨੀ ਕਿ ਤੁਹਾਡਾ ਜਿਹੜਾ ਵਰਕ ਹੈ, ਵਰਕ ਡਨ ਬਾਈ ਮੀ, ਜਿਹੜਾ ਹੈ ਉਹ ਪੋਜੀਸ਼ਨ ਚੇਂਜ ਕਰ ਚੁੱਕਾ ਹੈ। ਸਰ ਪੋਜੀਸ਼ਨ ਨਾਲ ਇੱਕ एनर्जी एसोसिएटेड है, पोटेंशियल एनर्जी चेंज कर चुका है। तो योर वर्क इज नॉट वेस्टेड, डोंट वरी। yes, it is not creating any kinetic energy, but it is changing the position, hence it is changing the potential energy. Now if we have understood, ਜੇ ਸਾਨੂੰ ਸਮਝ ਆ ਗਿਆ ਹੈ ਤਾਂ ਇਹ ਐਗਜ਼ਾਮਪਲ ਅਸੀਂ ਕਰ ਸਕਦੇ ਹਾਂ। ਹੁਣ ਫਾਰਮੂਲੇ 'ਚ ਵਾਸਤੇ ਯੂਜ਼ ਕਰਨ ਵਾਸਤੇ ਥੋੜ੍ਹੀ ਜਿਹੀ ਵੈਲਿਊਜ਼ ਦਿੱਤੀ ਜਾ ਰਹੀਆਂ ਹਨ। ਮਾਸ ਜਿਹੜਾ ਬਾਕਸ ਦਾ ਹੈ ਉਹ 1 kg ਦਾ ਹੈ ਜੀ, ਤੁਸੀਂ 10 ਲੈ ਸਕਦੇ ਹੋ, 10 ਮੀਟਰ ਪਰ ਸੈਕਿੰਡ ਸਕੁਏਅਰ ਲੈ ਲਓ ਅਰਾਊਂਡ, ਠੀਕ ਹੈ, ਕਿਉਂਕਿ ਐਗਜ਼ੈਕਟਲੀ ਵੈਲਿਊ ਕੀ ਹੁੰਦੀ ਹੈ ਸਾਨੂੰ ਪਤਾ ਹੈ 9.8, ਬਟ ਫॉर ਸਿੰਪਲਿਸਿਟੀ ਵੀ ਆਰ ਯੂਜ਼ਿੰਗ ਇਟ 10। ਇਨੀਸ਼ੀਅਲ ਹਾਈਟ ਜਿਹੜੀ ਹੈ ਉਹ 10 ਮੀਟਰ ਦੀ ਹੈ ਔਰ ਫਾਈਨਲ ਹਾਈਟ 20 ਮੀਟਰ ਦੀ ਹੈ। ਅਸੀਂ ਕੈਲਕੂਲੇਟ ਕੀ ਕਰਨਾ ਹੈ, ਐਕਸਟਰਨਲ ਫੋਰਸ ਨੇ ਕਿੰਨਾ ਕੰਮ ਕੀਤਾ, ਜਿੱਦਾਂ ਅਸੀਂ ਕਰ ਰਹੇ ਸੀ, ਜੇ ਮੈਂ ਕੰਮ ਕਰ ਰਿਹਾ ਤਾਂ ਵਰਕ ਡਨ ਬਾਈ ਮੀ, ਕੈਲਕੂਲੇਟ ਦੈਟ। ਹਾਊ ਮਚ पोटेंशियल एनर्जी इज़ चेंज्ड, ये कैलकुलेट करो, पोटेंशियल एनर्जी कितनी चेंज हुई। थर्ड, ग्रेविटी ने कितना काम किया। फोर्थ, टोटल नैट वर्क डन बॉक्स ते कितना होया। ये चारों चीज़ां तुसी कैलकुलेट करनियां हन, ये तुहाडा होमवर्क है। गुड।